ਵਾਹਿਗੁਰੂ ਸਾਹਿਬ ਜੀਓ। ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ। ਡਿਠੈ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਵਾਹਿਗੁਰੂ ਸਾਹਿਬ ਜੀਓ। ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ। ਪੰਚੇ ਸੋਹੈ ਦਰ ਰਾਜਾਨ। ਪੰਚਾਂ ਕਾ ਗੁਰ ਏਕ ਧਿਆਨ। ਜੇ ਕੋ ਕਹੈ ਕਰੈ ਵਿਚਾਰ, ਕਰਤੇ ਕੈ ਕਰਣੈ ਨਾਹੀ ਸੁਮਾਰ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰਖਿਆ ਜਿਨ ਸੂਤ। ਜੇ ਕੋ ਬੁਝੈ ਹੋਵੈ ਸਚਿਆਰ, ਧਵਲੇ ਉਪਰ ਕੀਤਾ ਭਾਰ। ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਣ ਜੋਰ। ਜੀ ਜਾਤ ਰੰਗਾਂ ਕੇ ਨਾਮ, ਸਭਨਾ ਲਿਖਿਆ ਬੜੀ ਕਲਾ। ਇਹ ਲੇਖਾ ਲਿਖ ਜਾਣੈ ਕੋਇ, ਲੇਖਾ ਲਿਖਿਆ ਕੀਤਾ ਹੋਏ। ਕੀਤਾ ਤਾਣ ਸਵਾਲੇ ਹੋ ਰੂਪ, ਕੀਤੀ ਦਾਤ ਜਾਣੈ ਕੌਣ ਕੂਤ। ਕੀਤਾ ਪਸਾਉ ਏਕੋ ਖਵਾਉ, ਤਿਸ ਤੇ ਹੋਏ ਲਖ ਦਰਿਆਉ। ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਸਤ ਸੰਗੀ ਜਨੋ, ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਹੋਈ। ਰੋਜ਼ਾਨਾ ਹੀ ਅਸੀਂ ਇਸ ਦੀਵਾਨ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਜਪਜੀ ਸਾਹਿਬ ਦੀ ਵਿਆਖਿਆ ਵਿਚਾਰ ਸਰਵਣ ਕਰਦੇ ਹਾਂ। ਕੁਝ ਦਿਨ ਜੋ ਸਮਾਗਮ ਹੋਣ ਦੇ ਕਾਰਨ ਇਸ ਲੜੀ ਨੂੰ ਵਿਸਰਾਮ ਰਿਹਾ। ਹੁਣ ਤੱਕ ਅਸੀਂ 15 ਪੌੜੀਆਂ ਦੀ ਵਿਚਾਰ ਸਰਵਣ ਕੀਤੀ ਹੈ। ਅੱਜ ਆਪ ਜੀ ਨੇ 16 ਨੰਬਰ ਪੌੜੀ ਦਾ ਪਾਠ ਸਰਵਣ ਕੀਤਾ ਹੈ। ਇਹ ਪੌੜੀ ਬਾਕੀ ਪੌੜੀਆਂ ਦੇ ਨਾਲੋਂ ਜੋ ਹੁਣ ਤੱਕ ਅਸੀਂ ਵਿਚਾਰੀਆਂ ਨੇ ਪਾਠ ਕੀਤਾ ਹੈ, ਲੰਬੇ ਆਕਾਰ ਦੀ ਪੌੜੀ ਹੈ। ਤੇ ਇਹਦਾ ਸੰਬੰਧ ਪਿਛਲੀਆਂ ਜਿਹੜੀਆਂ ਅਸੀਂ 8 ਪੌੜੀਆਂ ਵਿਚਾਰੀਆਂ ਨੇ
ਚਾਰ ਸੁਣਿਆ ਵਾਲੀਆਂ ਅਤੇ ਮੰਨੈ ਵਾਲੀਆਂ। ਭਾਵ ਸੁਣ ਕੇ ਗੁਰੂ ਦੇ ਨਾਮ ਨੂੰ, ਪ੍ਰਭੂ ਦੇ ਹੁਕਮ ਨੂੰ ਮੰਨ ਲੈਣਾ। ਇਹ ਸਾਨੂੰ ਇੱਕ ਖਾਸ ਅਵਸਥਾ ਵਿੱਚ ਲੈ ਜਾਂਦਾ ਹੈ। ਗੁਰੂ ਦਾ ਹੁਕਮ ਮੰਨਣਾ, ਗੁਰੂ ਦੇ ਹੁਕਮ ਨੂੰ ਸੁਣਨਾ, ਨਾਮ ਨੂੰ ਸੁਣਨਾ, ਨਾਮ ਨੂੰ ਮੰਨਣਾ, ਹੁਕਮ ਨੂੰ ਮੰਨਣਾ। ਇਹ ਕਾਰਜ ਕਰਨ ਦੇ ਰਾਹੀਂ ਅਸੀਂ ਇੱਕ ਖਾਸ ਅਵਸਥਾ ਪ੍ਰਾਪਤ ਕਰ ਲੈਂਦੇ ਹਾਂ। ਉਹ ਅਵਸਥਾ ਕਿਹੜੀ ਹੈ? ਉਹ ਸਤਿਗੁਰੂ ਮਹਾਰਾਜ ਜੀ ਨੇ ਇਸ ਪਾਵਨ 16 ਨੰਬਰ ਪੌੜੀ ਵਿੱਚ ਬਿਆਨ ਕੀਤੀ ਹੈ। ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹ ਮਾਨ। ਇੱਥੇ ਪੰਜ ਸ਼ਬਦ ਦਾ ਅਸੀਂ ਅਰਥ ਕਰਾਂਗੇ ਗੁਰਮੁਖ ਜਨ। ਭਾਵ ਜਿਨ੍ਹਾਂ ਨੇ ਨਾਮ ਨੂੰ, ਹੁਕਮ ਨੂੰ ਸੁਣਿਆ, ਸੁਣ ਕੇ ਮੰਨਿਆ ਤੇ ਪ੍ਰੇਮ ਕੀਤਾ, ਉਹ ਪੰਜ ਜਨ ਬਣ ਗਏ। ਉਹਨਾਂ ਨੇ ਆਪਣੇ ਜੀਵਨ ਨੂੰ ਸੋਹਣਾ ਬਣਾ ਲਿਆ। ਪੰਜ ਸ਼ਬਦ ਪੰਜ ਵਿਕਾਰਾਂ ਵਾਸਤੇ ਵੀ ਬਾਣੀ ਵਿੱਚ ਅਸੀਂ ਵਚਨ ਪੜ੍ਹਦੇ ਹਾਂ। ਤੇ ਫਿਰ ਅਸੀਂ ਪੰਜ ਸ਼ਬਦ ਜਿਹੜੇ ਇੱਕ ਅਨਹਦ ਸ਼ਬਦ ਦਾ ਜਦੋਂ ਜ਼ਿਕਰ ਆਉਂਦਾ ਹੈ, ਉੱਥੇ ਵੀ ਸਤਿਗੁਰੂ ਮਹਾਰਾਜ ਜੀ ਪੰਜ ਸ਼ਬਦ ਦਾ ਜ਼ਿਕਰ ਕਰਦੇ ਨੇ। ਇਹ ਪੰਜ ਲਫ਼ਜ਼ ਦੇ ਬਾਰੇ ਸਤਿਗੁਰੂ ਮਹਾਰਾਜ ਜੀ ਨੇ ਇੱਕ ਥਾਂ ਜ਼ਿਕਰ ਕੀਤਾ, ਪੰਜ ਮਨਾਏ, ਪੰਜ ਰੁਸਾਏ। ਭਾਵ ਪੰਜਾਂ ਨੂੰ ਮਨਾਉਣਾ। ਜਿਹੜੇ ਦੈਵੀ ਗੁਣ ਨੇ, ਸਤ, ਸੰਤੋਖ, ਧਰਮ, ਧੀਰਜ ਅਤੇ ਦਇਆ, ਇਹਨਾਂ ਨੂੰ ਅਸੀਂ ਮਨਾਉਣਾ ਹੈ। ਭਾਵ ਆਪਣੇ ਅੰਦਰ ਲੈ ਕੇ ਆਉਣਾ ਹੈ। ਤੇ ਪੰਜ ਜਿਹੜੇ ਨੇ ਉਹਨਾਂ ਨੂੰ ਰੁਸਾ ਦੇਣਾ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਜਿਹਨੇ ਇਹ ਪੰਜ ਦੈਵੀ ਗੁਣਾਂ ਨੂੰ ਮਨਾ ਲਿਆ, ਆਪਣੇ ਨੇੜੇ ਕਰ ਲਿਆ ਤੇ ਪੰਜ ਔਗੁਣਾਂ ਨੂੰ ਰੁਸਾ ਦਿੱਤਾ, ਦੂਰ ਕਰ ਦਿੱਤਾ। ਨਸ ਵੰਝੋ ਕਿਲ ਵਿਖੋ, ਕਰਤਾ ਘਰ ਆਇਆ ਰਾਮ। ਤੇ ਉਹ ਜਿਹੜਾ ਗੁਰਮੁਖ ਜਨ ਹੈ ਉਹ ਪੰਜ ਬਣ ਗਿਆ। ਜਿਹਨੇ ਇਹਨਾਂ ਪੰਜਾਂ ਨੂੰ ਗਵਾ ਦਿੱਤਾ, ਪੰਜਾਂ ਨੂੰ ਮਨਾ ਲਿਆ, ਔਗੁਣਾਂ ਨੂੰ ਦੂਰ ਕਰ ਲਿਆ। ਜਿਵੇਂ ਅਸੀਂ ਬਚਨ ਪੜ੍ਹਦੇ ਹਾਂ, ਪੰਚ ਦੋਖ ਅਰ ਅਹੰਗ ਰੋਗ, ਇਹ ਤਨ ਤੇ ਸਗਲ ਦੂਰ ਕੀਨ। ਪਾਵਨ ਸ਼ਬਦ ਅਸੀਂ ਪੜ੍ਹਦੇ ਨੇ, ਐਸੋ ਗੁਣ ਮੇਰੋ ਪ੍ਰਭ ਜੀ ਕੀਨ। ਪੰਚ ਦੋਖ ਅਰ ਅਹੰਗ ਰੋਗ, ਇਹ ਤਨ ਤੇ ਸਗਲ ਦੂਰ ਕੀਨ। ਤੇ ਹੁਣ ਜਦੋਂ ਇਹ ਪੰਜ ਵਿਕਾਰ ਦੂਰ ਹੋ ਗਏ, ਔਗੁਣ ਦੂਰ ਹੋ ਗਏ, ਜੀਵਨ ਸਵਰ ਗਿਆ। ਉਹਨਾਂ ਸਵਰੇ ਹੋਏ ਜੀਵਨ ਵਾਲਿਆਂ ਨੂੰ ਕਿਹਾ ਪੰਜ ਜਨ। ਤੇ ਉਹ ਜਿਹੜੇ ਪੰਜ ਨੇ ਉਹ ਪ੍ਰਮਾਤਮਾ ਦੇ ਦਰ ਤੇ ਵੀ ਪ੍ਰਵਾਨ ਨੇ, ਇਸ ਸੰਸਾਰ ਦੇ ਵਿੱਚ ਵੀ ਪ੍ਰਵਾਨ ਨੇ। ਪੰਜ ਪਰਵਾਨ, ਪੰਜ ਪ੍ਰਧਾਨ। ਪ੍ਰਧਾਨ ਦਾ ਅਰਥ ਹੈ ਮੁਖੀ। ਉਹ ਮੁਖੀ ਨੇ। ਉਹਨਾਂ ਨੂੰ ਵਿਸ਼ੇਸ਼ ਪਦਵੀ ਪ੍ਰਾਪਤ ਹੋਈ। ਪ੍ਰਤੀਤ ਹੀਐ ਆਈ ਜਿਨ ਜਨ ਕੈ, ਤਿਨ ਕੋ ਪਦਵੀ ਉੱਚ ਪਈ। ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਹ ਮਾਨ। ਇਹ ਪੰਜ ਭਾਵ ਗੁਰਮੁਖ ਜਨ ਹੀ ਉਸ ਮਾਲਕ ਪਰਮੇਸ਼ਰ ਦੀ ਦਰਗਾਹ ਤੇ ਮਾਣ ਪ੍ਰਾਪਤ ਕਰਦੇ ਨੇ। ਪੰਚੇ ਸੋ ਹੈ ਦਰ ਰਾਜਾਨ। ਪੰਜੇ ਸੋਹਣੇ ਜੀਵਨ ਵਾਲੇ, ਸਵਰੇ ਹੋਏ ਜੀਵਨ ਵਾਲੇ ਹੀ ਰਾਜ ਦਰਬਾਰਾਂ ਦੇ ਵਿੱਚ ਇੱਜ਼ਤ ਮਾਣ ਵਡਿਆਈ ਪ੍ਰਾਪਤ ਕਰਦੇ ਨੇ। ਪੰਚਾਂ ਕਾ ਗੁਰ ਏਕ ਧਿਆਨ। ਉਹਨਾਂ ਪੰਜ ਜਨਾਂ ਦੀ ਇੱਕ ਵਡਿਆਈ ਹੈ, ਉਹਨਾਂ ਦਾ ਇੱਕ ਬੜਾ ਵੱਡਾ ਗੁਣ ਹੈ ਕਿ ਉਹਨਾਂ ਦਾ ਧਿਆਨ ਕੇਵਲ ਇੱਕ ਗੁਰੂ ਦੇ ਵੱਲ। ਉਹ ਗੁਰੂ ਨੂੰ ਹੀ ਮੁੱਖ ਰੱਖਦੇ ਨੇ। ਉਹਨਾਂ ਦੀ ਸੁਰਤ ਵਿੱਚ ਗੁਰੂ ਦਾ ਚਿੰਤਨ ਹੈ। ਕਿਉਂਕਿ ਜਿਸ ਦੀ ਸੁਰਤ ਵਿੱਚ ਗੁਰੂ ਦਾ ਚਿੰਤਨ ਨਹੀਂ ਨਾ, ਉਹਨਾਂ ਦੇ ਬਾਰੇ ਅਸੀਂ ਵਚਨ ਪੜ੍ਹਦੇ ਹਾਂ, ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ। ਤੇ ਉਹਨਾਂ ਦੀ ਹਾਲਤ ਕੀ ਹੈ? ਛੁੱਟੇ ਤਿਲ ਬੁਆੜੀਆਂ ਸੁੰਝੇ ਅੰਦਰ ਖੇਤ। ਜਿਹੜੇ ਗੁਰੂ ਦਾ ਚਿੰਤਨ ਨਹੀਂ ਕਰਦੇ,
ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਦੂਜੇ ਪਾਸੇ ਗੁਰ ਪੂਰਾ ਜਿਨ ਸਿਮਰਿਆ ਸਹੀ ਪਏ ਨਿਹਾਲ, ਨਾਨਕ ਨਾਮ ਅਰਾਧਨਾ ਕਾਰ ਜਾਵੇ ਰਾਸ। ਇਹ ਪੰਜ ਪ੍ਰਵਾਨ ਹੋਣ ਵਾਲਾ ਜਿਹੜਾ ਕਾਰਜ ਹੈ ਨਾ, ਇਹ ਰਾਸ ਆ ਜਾਂਦਾ ਹੈ। ਤੇ ਉਹਨਾਂ ਦਾ ਜਿਹੜਾ ਨਾ ਧਿਆਨ ਸਦਾ ਹੀ, ਉਹਨਾਂ ਪੰਜ ਜਨਾਂ ਦਾ, ਗੁਰਮੁਖ ਜਨਾਂ ਦਾ ਧਿਆਨ ਸਦਾ ਗੁਰੂ ਦੇ ਵੱਲ ਹੁੰਦਾ ਹੈ। ਗੁਰੂ ਦੇ ਚਿੰਤਨ ਉਹ ਕਰਦੇ ਨੇ, ਸੁਨੇਹਾ ਵੀ ਉਹੀ ਦਿੰਦੇ ਨੇ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਗੁਰ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਏ ਨਾ ਮਿਟੈ ਦਾਤ। ਜੇ ਕੋ ਕਹੈ ਕਰੈ ਵਿਚਾਰ, ਜੇ ਕੋਈ ਉਸ ਪਰਮਾਤਮਾ ਦੇ ਇਸ ਸਾਰੇ ਵਰਤਾਰੇ ਦਾ ਵਿਚਾਰ ਕਰੇ, ਚਿੰਤਨ ਕਰੇ। ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਵੀ ਇਹ ਖਾਸ ਅਵਸਥਾ ਦੇ ਦੇਣੀ, ਪੰਜ ਵਿਕਾਰ ਜੀਵਨ ਵਿੱਚੋਂ ਨਿਕਲ ਜਾਣੇ, ਦੈਵੀ ਗੁਣਾਂ ਦਾ ਵਾਸਾ ਹੋ ਜਾਣਾ, ਭਾਵੇਂ ਸਾਰੀ ਕੁਦਰਤ, ਸਾਰੀ ਕਾਇਨਾਤ ਉਸ ਪ੍ਰਭੂ ਦੇ ਹੁਕਮ ਦੇ ਵਿੱਚ, ਉਹਦੀ ਰਜ਼ਾ ਦੇ ਅੰਦਰ, ਜਿਵੇਂ ਅਸੀਂ ਪਿੱਛੇ ਪੜ੍ਹ ਕੇ ਆਏ ਨਾ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈ ਹੈ, ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈ ਹੈ, ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਭਾਵੇਂ ਸਾਰਾ ਜਿਹੜਾ ਵਰਤਾਰਾ ਵਰਤ ਰਿਹਾ ਹੈ, ਕੋਈ ਜੀਵ ਵਡਿਆਈ ਪ੍ਰਾਪਤ ਕਰ ਰਿਹਾ ਹੈ, ਉੱਤਮ ਬਣ ਰਿਹਾ ਹੈ, ਕੋਈ ਨੀਚ ਬਣ ਰਿਹਾ ਹੈ, ਕੋਈ ਗੁਣ ਇਕੱਠੇ ਕਰ ਰਿਹਾ ਹੈ, ਕੋਈ ਔਗੁਣ ਇਕੱਠੇ ਕਰ ਰਿਹਾ ਹੈ, ਇਹ ਸਾਰਾ ਵਰਤਾਰਾ ਇਹ ਉਸ ਪਰਮਾਤਮਾ ਦਾ ਹੀ ਵਰਤਾਇਆ ਵਰਤ ਰਿਹਾ ਹੈ। ਆਪੇ ਮਾਛੀ ਮਛਲੀ, ਆਪੇ ਪਾਣੀ ਜਾਲ, ਆਪੇ ਜਾਲ ਮਣਕੜਾ, ਆਪੇ ਅੰਦਰ ਲਾਲ। ਉਹ ਵਾਹਿਗੁਰੂ ਆਪ ਹੀ ਮਛੇਰਾ ਹੈ, ਮੱਛੀਆਂ ਫੜਨ ਵਾਲਾ, ਆਪ ਹੀ ਮਛਲੀ ਹੈ, ਆਪ ਹੀ ਪਾਣੀ ਹੈ, ਆਪ ਹੀ ਜਾਲ ਹੈ, ਆਪ ਹੀ ਜਾਲ ਵਿੱਚ ਲੱਗਿਆ ਹੋਇਆ ਉਹ ਜਿਹੜਾ ਜਾਲ ਨੂੰ ਭਾਰਾ ਕਰਨ ਵਾਸਤੇ ਲੋਹੇ ਦੇ ਮਣਕੜੇ, ਉਹ ਵੀ ਉਹ ਆਪ ਹੀ ਹੈ। ਤੇ ਜਿਹੜੀ ਕੋਈ ਮੱਛੀ ਨੂੰ ਭਰਮਾਉਣ ਵਾਸਤੇ ਖਾਣ ਜੋ ਕੋਈ ਚੀਜ਼ ਅੰਦਰ ਅਟਕਾਈ ਹੈ ਜਾਲ 'ਚ, ਉਹ ਵੀ ਉਹ ਆਪ ਹੀ ਹੈ। ਭਾਵ ਸਾਰਾ ਵਰਤਾਰਾ ਉਸ ਵਾਹਿਗੁਰੂ ਦਾ, ਉਸ ਕਰਤੇ ਦਾ। ਤੇ ਉਸ ਵਾਹਿਗੁਰੂ ਦੇ ਇਸ ਸਾਰੇ ਵਰਤਾਰੇ ਦਾ ਜੇ ਕੋਈ ਵਿਚਾਰ ਕਰਨ ਬੈਠ ਜਾਵੇ, ਕਰਤੇ ਕੈ ਕਰਨਾ, ਤਾਂ ਉਸ ਕਰਤੇ ਦੇ ਕੀਤੇ ਹੋਏ ਇਸ ਪਸਾਰੇ ਦਾ ਕੋਈ ਸੁਮਾਰ ਅੰਦਾਜ਼ਾ ਨਹੀਂ ਹੈ। ਕੋਈ ਅੰਦਾਜ਼ਾ ਨਹੀਂ ਲਾ ਸਕਦਾ ਕਿ ਉਹਦਾ ਇਹ ਪਸਾਰਾ ਕਿੱਡਾ ਕੁ ਵੱਡਾ। ਪਰ ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦਾ ਚਿੰਤਨ ਕਰਦੇ ਨੇ, ਉਹਦੇ ਹੁਕਮ ਨੂੰ ਸਮਝਦੇ ਨੇ, ਵਿਚਾਰਦੇ ਨੇ, ਉਹਨਾਂ ਨੂੰ ਇਹ ਗਿਆਨ ਸਮਝ ਆ ਜਾਂਦਾ ਹੈ ਕਿ ਸਾਰਾ ਜਿਹੜਾ ਪਸਾਰਾ, ਸਾਰਾ ਵਰਤਾਰਾ ਜਿਹੜਾ ਨਾ, ਸਤਿਗੁਰੂ ਮਹਾਰਾਜ ਜੀ ਕਹਿੰਦੇ ਧੌਲ ਧਰਮ ਦਇਆ ਕਾ ਪੂਤ। ਕਿਉਂਕਿ ਸਮਾਜ ਦੇ ਵਿੱਚ, ਇਸ ਦੁਨੀਆ ਦੇ ਉੱਤੇ ਬੜਾ ਚਿੰਤਨ ਹੋਇਆ, ਰਿਸ਼ੀਆਂ ਮੁਨੀਆਂ ਨੇ ਬੜੇ ਅੰਦਾਜ਼ੇ ਲਾਏ, ਬੜਾ ਯਤਨ ਕੀਤਾ ਉਸ ਰੱਬ ਦੇ ਬਾਰੇ ਕੁਝ ਕਥਨ ਕਰਨ ਦਾ, ਸ੍ਰਿਸ਼ਟੀ ਦੇ ਬਾਰੇ ਕਥਨ ਬੜਾ ਕੁਝ ਕੀਤਾ ਗਿਆ, ਬੜੇ ਵੱਡੇ ਵੱਡੇ ਗ੍ਰੰਥ ਆਦਿ ਰਚੇ ਗਏ, ਬਹੁਤ ਗਿਆਨ ਦਾ ਪਸਾਰਾ ਹੋਇਆ, ਬੜਿਆਂ ਨੇ ਅੰਦਾਜ਼ੇ ਲਾਏ, ਅੰਤ ਕਾਰਨ ਕੇਤੇ ਬਿਲਾਹੀ, ਬੜੇ ਲੋਕਾਂ ਨੇ ਅੰਤ ਪਾਉਣ ਦਾ, ਸੋਝੀ ਪ੍ਰਾਪਤ ਕਰਨ ਦਾ ਯਤਨ ਕੀਤਾ। ਅੰਤ ਕਾਰਨ ਕੇਤੇ ਬਿਲਾਹੇ, ਤਾਂ ਕਿ ਅੰਤ ਨ ਪਾਏ ਜਾਹੇ, ਇਹ ਅੰਤ ਨ ਜਾਣੈ ਕੋਏ, ਬਹੁਤਾ ਕਹੀਏ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਉ। ਇਹ ਅਟਲ ਸੱਚਾਈ ਹੈ ਉਸ ਮਾਲਕ ਦੀ, ਉਸ ਪਰਮਾਤਮਾ ਦੀ। ਸਮਝ ਉਹਨੂੰ ਲੱਗਦੀ ਹੈ ਜਿਹੜਾ ਉਸ ਗੁਰੂ ਦਾ ਚਿੰਤਨ ਕਰਦਾ ਹੈ, ਜਿਹੜਾ ਗੁਰੂ ਦੀ ਰਜਾ ਦੇ ਵਿੱਚ ਰਹਿੰਦਾ ਹੈ, ਗੁਰੂ ਦੇ ਚਰਨਾਂ ਦਾ ਧਿਆਨ ਧਰਦਾ ਹੈ, ਜਿਹਦੇ ਤੇ ਗੁਰੂ ਪ੍ਰਸੰਨ ਹੋ ਜਾਂਦਾ ਹੈ। ਗੁਰੂ ਫਿਰ ਉਹਨੂੰ ਦਿਵ ਦ੍ਰਿਸ਼ਟੀ ਬਖਸ਼ਿਸ਼ ਕਰਦਾ ਹੈ ਤੇ ਉਹਨੂੰ ਸਮਝ ਪੈ ਜਾਂਦਾ ਹੈ ਉਸ ਪਰਮਾਤਮਾ ਦਾ ਇਹ ਜਿਹੜਾ ਵਰਤਾਰਾ ਹੈ। ਉਹਨੂੰ ਪਤਾ ਲੱਗ ਜਾਂਦਾ ਵੀ ਇਹ ਧਰਤੀ ਨੂੰ ਕਿਸੇ ਬੌਲਦ ਨੇ, ਹੱਡ ਚਮ ਮਾਸ ਦੇ ਬਣੇ ਹੋਏ ਬਲਦ ਨੇ ਨਹੀਂ ਚੁੱਕਿਆ ਹੋਇਆ। ਤੇ ਉਹਨੂੰ ਸਮਝ ਪੈ ਜਾਂਦੀ ਹੈ ਕਿ ਧੌਲ ਧਰਮ ਦਇਆ ਕਾ ਪੂਤ, ਕਿ ਜਿਹੜਾ ਉਹ ਧਵਲ ਬਲਦ ਹੈ ਨਾ, ਉਹ ਅਸਲ ਵਿੱਚ ਦਇਆ ਦਾ ਪੁੱਤਰ ਹੈ, ਧਰਮ ਰੂਪੀ ਬਲਦ ਹੈ। ਭਾਵ ਧਰਮ ਪਰਮਾਤਮਾ ਦਾ ਨਿਯਮ, ਰੱਬ ਦੇ ਮਨ ਵਿੱਚ ਦਇਆ ਹੈ ਇਸ ਸ੍ਰਿਸ਼ਟੀ ਦੇ ਉੱਤੇ, ਇਹਨਾਂ ਜੀਵਾਂ ਦੇ ਉੱਤੇ। ਇਸੇ ਕਰਕੇ ਉਹਨੇ ਇਸ ਧਰਤੀ ਨੂੰ ਟਿਕਾਇਆ ਹੋਇਆ। ਭਾਵ ਸਾਰੀ ਧਰਤੀ ਦਾ ਆਸਰਾ ਉਹ ਪਰਮਾਤਮਾ ਆਪ ਹੈ।
ਹੋਰ ਕੋਈ ਦੂਜੀ ਐਸੀ ਸ਼ਕਤੀ ਨਹੀਂ ਹੈ, ਕੋਈ ਧੌਲਾ ਬਲਦ ਆਦਿ ਨਹੀਂ ਹੈ ਜਿਹੜਾ ਇਸ ਸ੍ਰਿਸ਼ਟੀ ਨੂੰ ਸੰਭਾਲ ਕੇ ਬੈਠਾ ਹੈ। ਸਾਰਾ ਕੁਝ ਜੋ ਵੀ ਵਰਤਾਰਾ ਵਰਤ ਰਿਹਾ ਹੈ ਉਹ ਪ੍ਰਮਾਤਮਾ ਦਾ ਬਣਾਇਆ ਹੋਇਆ ਧਰਮ ਰੂਪੀ ਨਿਯਮ ਹੀ ਸਭ ਕੁਝ ਸੰਭਾਲ ਰਿਹਾ ਹੈ। ਧਰਮ ਰੂਪੀ ਨਿਯਮ ਦੇ ਅਨੁਸਾਰ ਹੀ ਇਹ ਧਰਤੀ ਟਿਕੀ ਹੋਈ ਹੈ। ਧੌਲ ਧਰਮ ਦਇਆ ਕਾ ਪੂਤ, ਦਇਆ ਦੇ ਵਿੱਚੋਂ ਧਰਮ ਪੈਦਾ ਹੋਇਆ। ਤੇ ਇਸ ਧਰਮ ਨੇ ਅੱਗੋਂ ਫਿਰ ਸੰਤੋਖ ਥਾਪ ਰੱਖਿਆ ਜਿਨ ਸੂਤ, ਧਰਮ ਦੇ ਵਿੱਚੋਂ ਸੰਤੋਖ ਨੇ ਜਨਮ ਲਿਆ। ਤੇ ਇਸ ਸਾਰੀ ਸ੍ਰਿਸ਼ਟੀ ਨੂੰ, ਇੱਥੇ ਸੂਤ ਦਾ ਅਰਥ ਹੈ ਸੂਤਰ, ਹੁਕਮ ਰੂਪੀ ਸੂਤਰ ਵਿੱਚ ਉਸ ਪਰਮਾਤਮਾ ਨੇ ਹੀ ਆਪਣੇ ਜਿਹੜੇ ਇਹ ਧਰਮ ਰੂਪੀ ਸੰਤੋਖ ਰੂਪੀ ਜਿਹੜੇ ਨਿਯਮ ਨੇ ਉਸ ਪਰਮਾਤਮਾ ਦੇ, ਉਹਨਾਂ ਨਿਯਮਾਂ ਦੇ ਅਨੁਸਾਰ ਪਰਮਾਤਮਾ ਨੇ ਹੀ ਇਸ ਸ੍ਰਿਸ਼ਟੀ ਨੂੰ ਸੰਭਾਲਿਆ ਹੋਇਆ, ਉਹਨੇ ਹੀ ਇਸ ਸ੍ਰਿਸ਼ਟੀ ਨੂੰ ਟਿਕਾਇਆ ਹੋਇਆ। ਉਹੀ ਇਸ ਸਾਰੇ ਏਡੇ ਵੱਡੇ ਸਿਲਸਿਲੇ ਨੂੰ, ਜੀਵ ਪੈਦਾ ਹੋ ਰਹੇ ਨੇ, ਜੀਵ ਮਰ ਰਹੇ ਨੇ, ਇਹ ਸਾਰਾ ਜਿਹੜਾ ਸਿਲਸਿਲਾ ਹੈ, ਜੀਵਾਂ ਨੂੰ ਰਿਜ਼ਕ ਮਿਲ ਰਿਹਾ ਹੈ, ਇਹ ਸਾਰਾ ਸਿਲਸਿਲਾ ਉਹ ਪਰਮਾਤਮਾ ਆਪ ਚਲਾਉਂਦਾ ਹੈ। ਇਸ ਗੱਲ ਦੀ ਸਮਝ ਉਹਨੂੰ ਪੈਂਦੀ ਹੈ ਜਿਹੜੇ ਪੰਜ ਜਨ ਨੇ, ਜਿਨ੍ਹਾਂ ਦਾ ਧਿਆਨ ਸਦਾ ਹੀ ਗੁਰੂ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ। ਪੰਚਾਂ ਕਾ ਗੁਰ ਏਕ ਧਿਆਨ, ਉਹਨਾਂ ਨੂੰ ਇਹ ਸਾਰਾ ਵਰਤਾਰਾ ਸਮਝ ਵਿੱਚ ਪੈ ਜਾਂਦਾ ਹੈ। ਭਾਵ ਫਿਰ ਉਹਨਾਂ ਦੇ ਮਨ ਵਿੱਚ ਕੋਈ ਸ਼ੰਕਾ ਨਹੀਂ ਰਹਿੰਦਾ। ਨਹੀਂ ਤਾਂ ਲੋਕ ਕੋਈ ਸੂਰਜ ਦੀ ਪੂਜਾ ਕਰੀ ਜਾਂਦਾ ਹੈ, ਕੋਈ ਪਾਣੀ ਦੀ ਪੂਜਾ ਕਰੀ ਜਾਂਦਾ ਹੈ, ਕੋਈ ਅੱਗ ਦੀ ਪੂਜਾ ਕਰੀ ਜਾਂਦਾ ਹੈ। ਪਰ ਜਿਹਨੂੰ ਸਮਝ ਪੈ ਗਈ ਉਹ ਕਹਿੰਦਾ ਵੀ ਨਹੀਂ, ਇਹ ਸਾਰੀ ਸ੍ਰਿਸ਼ਟੀ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਕਾਰਜ ਕਰ ਰਹੀ ਹੈ। ਭੈ ਵਿੱਚ ਧਰਤੀ ਦੱਬੀ ਭਾਰ, ਇਹ ਸਾਰਾ ਕੁਝ ਜਿਹੜਾ ਨਾ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਇਹ ਸਾਰੀਆਂ ਚੀਜ਼ਾਂ, ਸਾਰੀਆਂ ਸ਼ਕਤੀਆਂ ਉਹ ਰੱਬ ਦੇ ਹੁਕਮ ਦੇ ਵਿੱਚ, ਉਹਦੇ ਭੈ ਵਿੱਚ ਕੰਮ ਕਰ ਰਹੀਆਂ ਨੇ। ਉਹਦੇ ਹੁਕਮ ਰੂਪੀ ਸੂਤਰ ਨੇ ਸਾਰੀ ਸ੍ਰਿਸ਼ਟੀ ਨੂੰ ਪਰੋਇਆ ਹੋਇਆ, ਸਾਂਭ ਕੇ ਰੱਖਿਆ, ਟਿਕਾ ਕੇ ਰੱਖਿਆ। ਜੇ ਕੋ ਬੁੱਝੈ ਹੋਵੈ ਸਚਿਆਰ, ਜੇ ਉੱਪਰ ਕੀਤੀਆਂ ਵਿਚਾਰਾਂ ਨੂੰ ਕੋਈ ਬੁੱਝ ਲਵੇ, ਜਿਹਨੂੰ ਇਹ ਸਮਝ ਪੈ ਗਈ ਕਿ ਹਾਂ ਧਰਤੀ ਨੂੰ ਕਿਸੇ ਖਾਸ ਬੌਲਦ ਨੇ ਨਹੀਂ ਆਪਣੇ ਸਿਰ ਤੇ ਚੁੱਕਿਆ ਹੋਇਆ, ਪਰਮਾਤਮਾ ਦੇ ਹੁਕਮ ਨੇ ਹੀ ਧਰਤੀ ਨੂੰ ਸੰਭਾਲ ਕੇ ਰੱਖਿਆ ਹੋਇਆ, ਤੇ ਇਹ ਸਾਰਾ ਵਰਤਾਰਾ ਉਹ ਪਰਮਾਤਮਾ ਦਾ ਹੁਕਮ ਹੀ ਵਰਤਾ ਰਿਹਾ। ਤੇ ਜਿਹਨੂੰ ਇਸ ਉੱਪਰ ਕੀਤੀਆਂ ਸਾਰੀਆਂ ਗੱਲਾਂ ਦੀ ਸਮਝ ਪੈ ਗਈ ਉਹ ਸਚਿਆਰ ਬਣ ਜਾਂਦਾ। ਕਿਉਂਕਿ ਸਾਡੇ ਸਾਹਮਣੇ ਜਿਹੜਾ ਸਵਾਲ ਰੱਖਿਆ ਸੀ, ਕਿਵ ਸਚਿਆਰਾ ਹੋਈ ਹੈ, ਵੀ ਸਚਿਆਰ ਕਿਵੇਂ ਬਣੀ। ਸਾਡੇ ਅੰਦਰ ਉਸ ਸੱਚੇ ਵਾਹਿਗੁਰੂ ਦਾ ਪ੍ਰਕਾਸ਼ ਹੋ ਜਾਵੇ, ਉਹ ਵਾਹਿਗੁਰੂ ਸਾਡੇ ਅੰਦਰ ਆ ਕੇ ਵਿਦਮਾਨ ਹੋ ਜਾਵੇ, ਅਸੀਂ ਇਹਦੇ ਯੋਗ ਕਿਵੇਂ ਹੋਈਏ। ਉਹਦਾ ਜਵਾਬ ਸਤਿਗੁਰੂ ਮਹਾਰਾਜ ਜੀ ਕਹਿੰਦੇ ਆਹ ਗੱਲਾਂ, ਕਿਉਂਕਿ ਪਹਿਲਾਂ ਸੁਣਿਆ, ਫਿਰ ਮੰਨਿਆ, ਫਿਰ ਆਹ ਸਾਰੀ ਜਿਹੜੀ ਸਮਝ ਵਿਚਾਰ ਅੰਦਰ ਵਿਵੇਕ ਬੁੱਧੀ ਪ੍ਰਾਪਤ ਹੋਈ, ਗਿਆਨ ਦਾ ਦੀਪਕ ਅੰਦਰ ਬਲਿਆ, ਉਹਦੇ ਅਨੁਸਾਰ ਸਮਝ ਆਈ। ਜਦੋਂ ਤੱਕ ਇਹ ਗਿਆਨ ਦਾ ਦੀਪਕ ਅੰਦਰ ਨਹੀਂ ਸੀ ਬਲਿਆ, ਉਦੋਂ ਤਾਂ ਇਹ ਮਨੁੱਖ ਦੀ ਹਾਲਤ ਕੀ ਸੀ, ਕੀਤੇ ਕੋ ਮੇਰੇ ਸਮਾਨੈ ਕਰਨ ਹਾਰ ਤਿਰਣ ਜਾਣੈ। ਉਦੋਂ ਤਾਂ ਇਹ ਕੀਤੀ ਹੋਈ ਚੀਜ਼ ਨੂੰ, ਕਾਇਨਾਤ ਨੂੰ ਬਹੁਤ ਵੱਡਾ ਸੁਮੇਰ ਪਰਬਤ ਜਾਣਦਾ ਸੀ, ਪਰ ਜਿਹਨੇ ਸਾਰਾ ਕੁਝ ਪੈਦਾ ਕੀਤਾ ਉਹਨੂੰ ਇਹ ਤਿਰਣ ਦੇ ਸਮਾਨ, ਇੱਕ ਤੀਲੇ ਦੇ ਸਮਾਨ ਜਾਣਦਾ ਸੀ। ਪਰ ਹੁਣ ਇਹਨੂੰ ਸਮਝ ਪੈ ਗਈ ਵੀ ਜੋ ਕੁਝ ਆ ਦਿਸ ਰਿਹਾ ਨਾ, ਇਹ ਸਾਰੇ ਆਕਾਰ ਜਿੰਨੇ ਵੀ ਪੈਦਾ ਕੀਤੇ ਨੇ, ਇਹ ਉਸ ਗੁਰੂ ਨੇ, ਉਸ ਪ੍ਰਭੂ ਨੇ ਆਪਣੇ ਹੁਕਮ ਦੇ ਵਿੱਚ, ਆਪਣੀ ਰਜ਼ਾ ਵਿੱਚ ਪੈਦਾ ਕੀਤੇ ਨੇ। ਜੇ ਕੋ ਬੁੱਝੈ, ਹੁਣ ਇੱਥੇ ਜਿਹੜਾ ਅਸੀਂ ਇਹਦਾ ਉਚਾਰਨ ਕਰਨਾ ਨਾ, ਜੇ ਕੋ, ਇਹ ਕਈ ਵਾਰ ਬੁੱਝੇ ਪਾਠ ਇਹਦਾ ਕਰ ਦਿੱਤਾ ਜਾਂਦਾ ਹੈ, ਕਈ ਵਾਰ ਬੁਝੈ ਪਾਠ ਕਰ ਦਿੱਤਾ। ਇੱਕ ਚੀਜ਼ ਹੈ ਵੀ ਬੁਝ ਗਈ, ਇੱਕ ਬੁਝ ਸ਼ਬਦ ਹੈ, ਇੱਕ ਬੁਝ, ਜਿਵੇਂ ਅਸੀਂ ਕਹਿੰਦੇ ਟਿਊਬ ਬੁਝ ਗਈ, ਲਾਈਟ ਬੁਝ ਗਈ, ਇੱਕ ਅਸੀਂ ਕਹਿੰਦੇ ਆਹ ਗੱਲ ਅਸੀਂ ਬੁਝ ਲਈ। ਇੱਥੇ ਬੁਝੈ ਨੂੰ ਚੰਗੀ ਤਰ੍ਹਾਂ ਭਾਰਾ ਕਰਕੇ ਉੱਤੇ ਬੱਬੇ ਦੇ ਉੱਪਰ ਅਦਕ ਦੀ ਆਵਾਜ਼ ਦੇ ਕੇ ਸੋਹਣੇ ਤਰੀਕੇ ਦੇ ਨਾਲ, ਝੱਜੇ ਦੇ ਉੱਪਰ ਦੋ ਦੁਲਾਵਾਂ ਨੇ, ਉਹਨਾਂ ਦੁਲਾਵਾਂ ਦਾ ਉਚਾਰਨ ਕਰਨਾ। ਕਈ ਵਾਰ ਅਸੀਂ ਦੁਲਾਵਾਂ ਦਾ ਅਤੇ ਇੱਕ ਲਾਂ ਦਾ ਜਿਹੜਾ ਖਿਆਲ ਨਹੀਂ ਰੱਖਦੇ। ਜੇ ਕੋ ਬੁੱਝੇ ਹੋਵੇ ਸਚਿਆਰ ਪਾਠ ਵੀ ਕਰ ਜਾਂਦੇ ਆ। ਇੱਥੇ ਜੇ ਕੋ ਬੁੱਝੈ ਹੋਵੇ ਸਚਿਆਰ, ਤੇ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਹੋਰ ਉਹਨੂੰ ਕੀ ਕੀ ਸਮਝ ਲੱਗਦੀ ਹੈ, ਕਿਉਂਕਿ ਫਿਰ ਉਹ ਆਪਣੇ ਅੰਦਰ ਨਾ ਇੱਕ ਵਿਚਾਰ ਪੈਦਾ ਕਰਦਾ, ਉਹਦੇ ਮਨ 'ਚ ਫੁਰਨਾ ਬਣਦਾ। ਜਿਹੜਾ ਨਾਮ ਨੂੰ ਸੁਣਦਾ, ਨਾਮ ਨੂੰ ਮੰਨਦਾ, ਵਾਹਿਗੁਰੂ ਦੇ ਦਰ 'ਤੇ ਪ੍ਰਵਾਨ ਹੋ ਜਾਂਦਾ, ਉਹਦੇ ਅੰਦਰ ਗਿਆਨ ਦਾ ਦੀਵਾ ਬਲ ਪੈਂਦਾ, ਉਹਨੂੰ ਸਮਝ ਲੱਗ ਜਾਂਦੀ ਹੈ ਕਿ ਸਾਰੀ ਸ੍ਰਿਸ਼ਟੀ ਨੂੰ ਪ੍ਰਭੂ ਆਪਣੇ ਹੁਕਮ ਦੇ ਵਿੱਚ ਚਲਾ ਰਿਹਾ ਹੈ। ਫਿਰ ਉਹ ਵਿਚਾਰ ਕਰਦਾ ਕਿ ਤਵਲੇ ਉੱਪਰ ਕੀਤਾ ਭਾਰ। ਜਿਹੜੇ ਲੋਕ ਇਹ ਦਲੀਲਬਾਜ਼ੀ ਕਰਦੇ ਸੀ ਵੀ ਇਸ ਧਰਤੀ ਨੂੰ ਇੱਕ ਬਲਦ ਨੇ ਸਿੰਘਾਂ ਤੇ ਚੁੱਕਿਆ ਹੋਇਆ ਹੈ,
ਇਹ ਵੀ ਲੋਕ ਕਹਿੰਦੇ ਸਨ ਕਿ ਜਦੋਂ ਉਹ ਥੱਕ ਜਾਂਦਾ ਨਾ, ਉਹ ਇੱਕ ਸਿੰਘ ਤੋਂ ਕਰਕੇ ਦੂਜੇ ਸਿੰਘ ਤੇ ਕਰਦਾ ਤੇ ਭੁਚਾਲ ਆਉਂਦਾ। ਇੱਦਾਂ ਦੀ ਵਿਚਾਰ ਜਿਹੜੀ ਹੈ ਇਸ ਦੁਨੀਆ ਉੱਤੇ ਹੁੰਦੀ ਰਹੀ। ਇੱਦਾਂ ਦਾ ਲੋਕਾਂ ਦਾ ਮੰਨਣਾ ਚੱਲਦਾ ਆਇਆ। ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਸਵਾਲ ਕੀਤਾ ਕਿ ਭਾਈ ਉਹ ਜਿਹੜਾ ਬਲਦ ਹੈ, ਜਿਹੜਾ ਤੁਸੀਂ ਕਹਿੰਦੇ ਹੋ ਜਿਹਨੇ ਧਰਤੀ ਚੁੱਕੀ ਆਪਣੇ ਸਿੰਘਾਂ ਤੇ, ਉਹਦੇ ਤੇ ਕਿੰਨਾ ਕੁ ਭਾਰ ਹੈ? ਧਵਲ ਉੱਪਰ ਕੀਤਾ ਭਾਰ। ਕਹਿਣ ਲੱਗੇ ਫਿਰ ਉਹ ਜਿਹੜਾ ਬਲਦ ਜਿਹਨੇ ਧਰਤੀ ਨੂੰ ਸਿੰਘਾਂ ਤੇ ਚੁੱਕਿਆ, ਭਾਈ ਉਹਨੂੰ ਖੜਨ ਵਾਸਤੇ ਵੀ ਤਾਂ ਕੋਈ ਚੀਜ਼ ਚਾਹੀਦੀ ਹੋਣੀ ਹੈ। ਉਹ ਕਾਹਦੇ ਤੇ ਖਲੋਤਾ? ਕਹਿੰਦੇ ਜੀ ਉਹਦੇ ਥੱਲੇ ਇੱਕ ਹੋਰ ਧਰਤੀ ਹੈ, ਧਰਤੀ ਹੋਰ। ਕਹਿੰਦੇ ਫਿਰ ਜਿਹੜੀ ਉਸ ਬਲਦ ਦੇ ਪੈਰਾਂ ਦੇ ਥੱਲੇ ਧਰਤੀ ਹੈ, ਫਿਰ ਉਹ ਧਰਤੀ ਨੂੰ ਕਿਹਨੇ ਚੁੱਕਿਆ ਹੋਇਆ? ਧਰਤੀ ਹੋਰ, ਪਰੈ ਹੋਰ ਹੋਰ। ਕਹਿੰਦੇ ਉਸ ਨੂੰ ਵੀ ਬਲਦ ਨੇ ਚੁੱਕਿਆ, ਫਿਰ ਉਸ ਬਲਦ ਥੱਲੇ ਹੋਰ ਧਰਤੀ ਚਾਹੀਦੀ ਹੈ। ਫਿਰ ਉਸ ਧਰਤੀ ਨੂੰ ਵੀ ਖੜਨ ਨੂੰ ਉਹਦਾ ਵੀ ਕੋਈ ਆਸਰਾ ਚਾਹੀਦਾ, ਉਹਦੇ ਥੱਲੇ ਹੋਰ ਬਲਦ। ਇੱਦਾਂ ਤਾਂ ਫਿਰ ਇਹ ਜਿਹੜੀ ਭਾਵ ਗੁਰੂ ਸਾਹਿਬ ਜੀ ਕਹਿੰਦੇ ਧਰਤੀ ਹੋਰ, ਪਰੈ ਹੋਰ ਹੋਰ, ਇਹ ਤਾਂ ਫਿਰ ਲੰਬਾ ਚਲੀ ਜਾਏਗਾ ਚੱਕਰ। ਤੇ ਫਿਰ ਜਿਹੜਾ ਸਾਰੀਆਂ ਧਰਤੀਆਂ ਤੋਂ ਹੇਠਾਂ ਜਿਹੜਾ ਅਸੀਂ ਮੰਨ ਲਵਾਂਗੇ ਵੀ ਉਸ ਬਲਦ ਨੇ ਚੁੱਕਿਆ, ਕਹਿੰਦੇ ਤਿਸ ਤੇ ਭਾਰ ਤਲੈ। ਇਹ ਜਿਹੜੀ ਧਰਤੀ ਹੋਰ, ਪਰੈ ਹੋਰ ਹੋਰ, ਇਹ ਸਾਰੀਆਂ ਧਰਤੀਆਂ ਦੇ ਹੇਠਾਂ ਜਿਹੜਾ ਬਲਦ ਖਲੋਤਾ ਹੈ, ਕਹਿੰਦੇ ਉਹਦੇ ਤੇ ਫਿਰ ਸੋਚੋ ਵੀ ਕਿੰਨਾ ਭਾਰ ਹੋਏਗਾ। ਤਿਸ ਤੇ ਭਾਰ ਤਲੈ ਕਵਣ ਜੋਰ। ਫਿਰ ਉਸ ਬਲਦ ਨੂੰ ਕਿਹੜਾ ਤਾਕਤ, ਕਿਹੜਾ ਜ਼ੋਰ, ਕਿਹੜਾ ਆਸਰਾ ਹੈ ਵੀ ਉਹ ਸਾਰੇ ਇਸ ਪਸਾਰੇ ਨੂੰ ਚੁੱਕੀ ਬੈਠਾ ਆਪਣੇ ਸਿਰ ਤੇ। ਇਸ ਕਰਕੇ ਇਹ ਸਤਿਗੁਰੂ ਮਹਾਰਾਜ ਜੀ ਨੇ ਇੱਕ ਦਲੀਲ ਦਿੱਤੀ, ਸਮਝਾਇਆ ਕਿ ਭਾਈ ਇੱਦਾਂ ਜਿਹੜੀਆਂ ਆਪਣੀਆਂ ਮਨ ਘੜਤ ਉਕਤੀਆਂ ਜੁਗਤੀਆਂ ਨਾ, ਅਸੀਂ ਉਸ ਗੱਲ ਨੂੰ ਸਮਝੀਏ ਕਿ ਕਰਤੇ ਕੈ ਕਰਨਾ ਨਾਹੀਂ ਸੁਮਾਰ। ਇਹ ਆਪਣਾ ਅੰਦਾਜ਼ਾ ਸੀ ਇੱਕ ਲਾਉਣ ਦਾ ਵੀ ਬਲਦ ਨੇ ਧਰਤੀ ਨੂੰ ਚੁੱਕਿਆ ਜੀ। ਪਰ ਜਦੋਂ ਵਿਚਾਰ ਰੱਖੀ ਵੀ ਉਹ ਬਲਦ ਕਾਹਦੇ ਤੇ ਖਲੋਤਾ, ਉਹਦੇ ਥੱਲੇ ਹੋਰ ਧਰਤੀ, ਫਿਰ ਦੂਜਾ ਬਲਦ, ਫਿਰ ਹੋਰ ਧਰਤੀ, ਫਿਰ ਜਿਹੜਾ ਸਾਰਿਆਂ ਤੋਂ ਥੱਲੇ ਬਲਦ ਖਲੋਤਾ ਉਹਨੂੰ ਕਾਹਦਾ ਆਸਰਾ? ਸਤਿਗੁਰੂ ਮਹਾਰਾਜ ਜੀ ਕਹਿੰਦੇ ਨਹੀਂ ਭਾਈ, ਕੋਈ ਬਲਦ ਨਹੀਂ, ਕਿਸੇ ਨੇ ਸਿੰਘਾਂ ਉੱਤੇ ਨਹੀਂ ਚੁੱਕਿਆ ਹੋਇਆ। ਇਹ ਤਾਂ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਟਿਕੀ ਹੋਈ ਹੈ ਧਰਤੀ। ਉਹਦੇ ਹੁਕਮ ਦੇ ਅਨੁਸਾਰ ਹੀ ਇਹ ਸਾਰਾ ਪਸਾਰਾ ਬਣਿਆ ਹੋਇਆ। ਤੇ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ ਇਸ ਪਰਮਾਤਮਾ ਦੇ ਪਸਾਰੇ ਨੂੰ ਵਿਚਾਰੋ। ਦੇਖੋ ਕਿੱਡਾ ਵਿਸ਼ਾਲ ਹੈ। ਜੀ ਜਾਤ ਰੰਗਾਂ ਕੇ ਨਾਮ, ਅਨੇਕਾਂ ਰੰਗਾਂ ਦੇ, ਅਨੇਕਾਂ ਨਾਵਾਂ ਵਾਲੇ, ਅਨੇਕਾਂ ਜਾਤੀਆਂ ਵਾਲੇ ਜੀਵ ਇਸ ਧਰਤੀ ਦੇ ਉੱਤੇ ਪੈਦਾ ਕੀਤੇ ਨੇ ਉਸ ਪਰਮਾਤਮਾ ਨੇ। ਤੇ ਜਿੰਨੇ ਵੀ ਜੀਵ ਪੈਦਾ ਕੀਤੇ ਨੇ ਸਭਨਾ ਲਿਖਿਆ ਵੁੜੀ ਕਲਾਮ। ਵੁੜੀ ਦਾ ਅਰਥ ਹੈ ਲਗਾਤਾਰ ਇੱਕ ਕਲਮ, ਜਿਹੜੀ ਹੁਕਮ ਰੂਪੀ ਕਲਮ ਉਸ ਵਾਹਿਗੁਰੂ ਦੀ ਚੱਲ ਰਹੀ ਹੈ। ਜਿਹੜਾ ਅਸੀਂ ਪਾਵਨ ਬਚਨ ਪੜ੍ਹਦੇ ਹਾਂ ਨਾ ਵੀ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਉਹਦਾ ਕਈ ਵਾਰ ਅਸੀਂ ਜਿਹੜਾ ਇੱਕ ਆਪਣੇ ਮਨ ਨੂੰ ਝੂਠੀ ਜਿਹੀ ਤਸੱਲੀ ਦੇ ਲੈਂਦੇ ਆ। ਜਦੋਂ ਕਿਸੇ ਨੂੰ ਕਹੀਏ ਵੀ ਤੂੰ ਅੰਮ੍ਰਿਤ ਛਕ, ਗੁਰੂ ਵਾਲਾ ਬਣ, ਉਹ ਕਹਿੰਦਾ ਜਦੋਂ ਗੁਰੂ ਦਾ ਹੁਕਮ ਹੋਏਗਾ ਛਕ ਲਵਾਂਗੇ, ਜਦੋਂ ਗੁਰੂ ਦੀ ਕਿਰਪਾ ਹੋਈ ਛਕ ਲਵਾਂਗੇ। ਹੁਣ ਕਿਰਪਾ ਹੋਈ ਨੂੰ ਤਾਂ ਜਿੰਨੀ ਸਾਡੀ ਉਮਰ ਹੈ ਉਹ ਸਮਾਂ ਹੋਈ ਗਿਆ ਕਿਰਪਾ ਹੋਈ ਨੂੰ। ਕਿਰਪਾ ਤਾਂ ਗੁਰੂ ਦੀ ਹੋਈ, ਸਾਨੂੰ ਇਹ ਮਨੁੱਖਾ ਦੇਹ ਮਿਲ ਗਈ, ਪ੍ਰਾਪਤ ਹੋ ਗਈ। ਹੁਣ ਅਗਲੀ ਕਿਰਪਾ ਤਾਂ ਮਨੁੱਖ ਨੇ ਆਪਣੇ ਆਪ ਦੇ ਉੱਤੇ ਆਪ ਕਰਨੀ ਹੈ ਨਾ। ਜਿਵੇਂ ਹੁਣ ਕੋਈ ਬਿਮਾਰ ਹੋਇਆ, ਡਾਕਟਰ ਕੋਲ ਦਵਾਈ ਲੈਣ ਚਲਾ ਗਿਆ, ਡਾਕਟਰ ਨੇ ਦਵਾਈ ਦਿੱਤੀ, ਡਾਕਟਰ ਨੇ ਤਾਂ ਕਿਰਪਾ ਕਰ ਦਿੱਤੀ। ਹੁਣ ਇੱਕ ਮਰੀਜ਼ ਨੇ ਕਿਰਪਾ ਆਪਣੇ ਆਪ ਤੇ ਆਪ ਕਰਨੀ ਹੁੰਦੀ ਹੈ ਵੀ ਉਹ ਦਵਾਈ ਉਹਨੇ ਆਪ ਖਾਣੀ ਹੁੰਦੀ ਹੈ। ਤੇ ਜੇ ਉਹ ਦਵਾਈ ਖਾਵੇ ਹੀ ਨਾ, ਕਵੇ ਕਿਰਪਾ ਹੋਵੇਗੀ ਡਾਕਟਰ ਦੀ ਤੇ ਮੈਂ ਠੀਕ ਹੋ ਜਾਵਾਂਗਾ, ਹੁਣ ਉਹ ਕਿਰਪਾ ਕਿਵੇਂ ਹੋਣੀ? ਇਸ ਕਰਕੇ ਮਨੁੱਖ ਨੂੰ ਗੁਰੂ ਵਾਲਾ ਬਣਨਾ ਚਾਹੀਦਾ। ਉਹ ਕਹਿੰਦਾ ਜੀ ਹੁਕਮ ਦੇ ਵਿੱਚ, ਹੁਕਮ ਹੈ ਅੰਦਰ ਸਭ ਕੋ। ਕਹਿੰਦਾ ਇਹ ਜਿਹੜਾ ਅਸੀਂ ਸ਼ਰਾਬ ਕਬਾਬ ਜੋ ਕੁਝ ਵੀ ਕਰਦੇ ਪਏ ਵੀ ਹੁਕਮ ਦੇ ਵਿੱਚ ਹੀ ਹੈ। ਉੱਥੇ ਹੁਕਮ ਦਾ ਭਾਵ ਇਹ ਨਹੀਂ ਵੀ ਉਹ ਗੁਰੂ ਕਰਾ ਰਿਹਾ, ਨਹੀਂ, ਉੱਥੇ ਹੁਕਮ ਹੈ ਅੰਦਰ ਸਭ ਕੋ ਦਾ ਅਰਥ ਹੈ ਵੀ ਭਾਈ ਮਤਾਂ ਕੋਈ ਇਹ ਭਰਮ ਮਨ ਵਿੱਚ ਪਾਲੀ ਰੱਖੇ ਵੀ ਮੇਰਾ ਸ਼ਾਇਦ ਔਗਣ ਕਿਸੇ ਨੂੰ ਦਿਸਦੇ ਨਹੀਂ, ਮੇਰੇ ਔਗਣ ਸ਼ਾਇਦ ਰੱਬ ਨੂੰ ਨਜ਼ਰ ਨਹੀਂ ਆਉਂਦੇ। ਨਹੀਂ ਭਾਈ, ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ, ਉਹਦੇ ਸਾਰੇ ਧਿਆਨ ਵਿੱਚ ਹੈ। ਸਾਰਾ ਕੁਝ ਤੇਰਾ ਇੱਕ ਕੀਤਾ ਗਿਆ ਕਰਮ ਉਹਦੇ ਹੁਕਮ ਦੇ ਵਿੱਚ, ਉਹਦੇ ਧਿਆਨ ਵਿੱਚ ਹੈ। ਤੇ ਉਹਦੇ ਹੁਕਮ ਦੇ ਵਿੱਚ ਤੈਨੂੰ ਕੀਤੇ ਗਏ ਕਰਮ ਦਾ ਫਲ ਵੀ ਉਹ ਨਹੀਂ ਦੇਣਾ। ਸੋ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ ਇਸ ਪਾਵਨ ਪੌੜੀ ਦੀ
ਜੋ ਅਸੀਂ ਕੁਝ ਪੰਕਤੀਆਂ ਦੀ ਵਿਚਾਰ ਕੀਤੀ ਹੈ। ਲੰਬੇ ਆਕਾਰ ਦੀ ਪੌੜੀ ਹੈ। ਜੀ ਜਾਤ ਰੰਗਾਂ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ। ਇਹ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ। ਇਹਨਾਂ ਪਾਵਨ ਪੰਕਤੀਆਂ ਅਗਲੀਆਂ ਰਹਿੰਦੀਆਂ ਪੰਕਤੀਆਂ ਦੀ ਵਿਚਾਰ ਕੱਲ ਦੇ ਦੀਵਾਨ ਵਿੱਚ ਕੀਤੀ ਜਾਵੇਗੀ। ਹੁਣ ਤੱਕ ਦੀ ਜੋ ਵਿਚਾਰ ਕੀਤੀ ਹੈ ਉਹਦੇ ਅਨੁਸਾਰ ਕਿ ਉਸ ਪ੍ਰਮਾਤਮਾ ਦਾ ਹੁਕਮ, ਉਹਦਾ ਵਿਧਾਨ, ਉਹਦੀ ਕਲਾ, ਉਹਦੀ ਸ਼ਕਤੀ ਇਸ ਦੁਨੀਆ ਦੇ ਪਸਾਰੇ ਨੂੰ, ਇਸ ਧਰਤੀ ਦੇ ਆਸਰੇ ਨੂੰ ਸਹਾਰਾ ਦੇ ਕੇ ਸਾਂਭੀ ਬੈਠੀ ਹੈ। ਇੱਕੋ ਇੱਕ ਵਾਹਿਦ ਉਹ ਅਕਾਲ ਪੁਰਖ ਹੀ ਐਸੀ ਸ਼ਕਤੀ ਹੈ ਜਿਹੜੀ ਇਸ ਸਾਰੇ ਪਸਾਰੇ ਨੂੰ ਸੰਭਾਲਦੀ ਹੈ, ਚਲਾਉਂਦੀ ਹੈ। ਜਿਹੜਾ ਸਾਂਝਾ ਮਨੋਰਥ ਹੈ ਇਹਨਾਂ ਸਾਰੀਆਂ ਵਿਚਾਰਾਂ ਦਾ, ਸਾਰੀਆਂ ਗੱਲਾਂ ਦਾ, ਏਡੀ ਲੰਬੀ ਕਹਾਣੀ ਦਾ, ਉਹ ਸਾਰਾ ਨਿਚੋੜ ਇਹੀ ਹੈ ਕਿ ਅਸੀਂ ਇੱਕ ਦੇ ਨਾਲ ਜੁੜ ਜਾਈਏ, ਸਾਨੂੰ ਸਮਝ ਪੈ ਜਾਵੇ ਕਿ ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ। ਸਤਿਗੁਰੂ ਜੀ ਕਿਰਪਾ ਕਰਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।